ਲੰਘੇ ਸ਼ੁੱਕਰਵਾਰ ਫ੍ਰਿਜ਼ਨੋ ਦੇ ਨਾਰਥ ਪੁਆਇੰਟ ਇਵੈਂਟ ਸੈਂਟਰ ਵਿਖੇ ਸਥਾਨਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ USA ਹੈਰੀਟੇਜ ਫ੍ਰਿਜ਼ਨੋ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ ਤਿੜਕ ਦੀ ਹਵੇਲੀ ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ਉਡਾਰੀਆਂ ਲੋਕ ਅਰਪਣ ਕੀਤੇ ਗਏ। ਇਹ ਸਮਾਗਮ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਬਾਠ ਵੱਲੋਂ ਸਪਾਂਸਰ ਕੀਤਾ ਗਿਆ। इस मौके पंजाबी साहित्य सभा कैलीफोर्निया के मैंबर उचेचे तौर ते सैक्रामेंटो तो पहुंचे सन। इस मौके मुख मेहमान डॉक्टर प्रिथीपाल सिंह सोही अते प्रोफैसर हरिंदर कौर सोही सरी कनेडा तो घुंड चुकाई समारोह विच शामिल होने लई खास सद्दे ते आए हुए सन। ਇਹ ਦੋਵੇਂ ਕਿਤਾਬਾਂ ਲੋਕਲ ਸ਼ਾਇਰਾਂ, ਸਾਹਿਤਕਾਰਾਂ, ਪੱਤਰਕਾਰਾਂ ਅਤੇ ਰੇਡੀਓ ਹੋਸਟਾਂ ਦੀ ਹਾਜ਼ਰੀ ਵਿੱਚ ਫ੍ਰਿਜ਼ਨੋ ਦੇ ਪਤਵੰਤਿਆਂ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ। ਪ੍ਰੋਗਰਾਮ ਦਾ ਆਗਾਜ਼ ਪੱਤਰਕਾਰ ਨੀਟਾ ਮਾਸ਼ਿਕੀ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖ ਕੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਉਪਰੰਤ ਸਾਧੂ ਸਿੰਘ ਸੰਘਾ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਅਤੇ ਵਾਰੋ-ਵਾਰੀ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਅਤੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਅਤੇ ਡਾਕਟਰ ਪ੍ਰਿਥੀਪਾਲ ਸੋਹੀ ਨੇ ਦੋਵਾਂ ਕਿਤਾਬਾਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਕਿਹਾ ਕਿ ਸਰਲ ਭਾਸ਼ਾ ਵਿੱਚ ਲਿਖੀਆਂ ਇਹ ਦੋਵੇਂ ਕਿਤਾਬਾਂ ਸਾਨੂੰ ਸਾਰਿਆਂ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਦੋਂ ਅਸੀਂ ਰਣਜੀਤ ਗਿੱਲ ਦੀ ਪੁਸਤਕ ਉਡਾਰੀਆਂ ਪੜ੍ਹਦੇ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਇਨਕਲਾਬੀ ਰੰਗ ਵਿੱਚ ਰੰਗਿਆ ਰਣਜੀਤ ਗਿੱਲ ਸੰਤ ਰਾਮ ਉਦਾਸੀ ਅਤੇ ਅਵਤਾਰ ਪਾਸ਼ ਦੇ ਵਿਚਕਾਰ ਆ ਖੜੋਤਾ ਹੋਵੇ। ਇਸੇ ਤਰੀਕੇ ਸਾਧੂ ਸਿੰਘ ਸੰਘਾ ਦੇ ਨਾਵਲ ਤਿੜਕ ਦੀ ਹਵੇਲੀ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਨਾਵਲ 1925 ਤੋਂ ਲੈ ਕੇ ਗ੍ਰੀਨ ਰੈਵੋਲੂਸ਼ਨ ਤੱਕ ਦੀ 2 ਪੀੜ੍ਹੀਆਂ ਦੀ ਕਹਾਣੀ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਰਿਸ਼ਤਿਆਂ ਦੇ ਤਿੜਕਣ ਨਾਲ ਹਵੇਲੀ ਵੀ ਤਿੜਕਦੀ ਹੈ। ਨਾਵਲ ਦੀ ਵਿਲੱਖਣਤਾ ਬਿਆਨ ਕਰਦੀ ਹੈ ਕਿ ਕਿਵੇਂ ਹਵੇਲੀ ਉਸਰਦੀ ਹੈ ਤੇ ਸਮੇਂ ਫੇਰ ਨਾਲ ਢਹਿੰਦੀ ਹੈ ਤੇ ਇਹ ਫਿਰ ਉਸਰਦੀ ਹੈ। ਉਹਨਾਂ ਨੇ ਕਿਹਾ ਕਿ ਸਾਧੂ ਸਿੰਘ ਸੰਘਾ ਦੇ ਇੱਕੋ ਨਾਵਲ ਨੇ ਉਹਨਾਂ ਨੂੰ ਪੰਜਾਬੀ ਦੇ ਚੋਟੀ ਦੇ ਨਾਵਲਕਾਰਾਂ ਦੀ ਲਾਈਨ ਵਿੱਚ ਲਿਆ ਖੜਾ ਕੀਤਾ ਹੈ। ਇਸ ਮੌਕੇ ਇੰਡੋ USA ਹੈਰੀਟੇਜ ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਰਣਜੀਤ ਗਿੱਲ ਅਤੇ ਸਾਧੂ ਸਿੰਘ ਸੰਘਾ ਨੇ ਜਸਵਿੰਦਰ ਸਿੰਘ ਇੰਡੀਆ ਸਵੀਟਸ ਐਂਡ ਜਗੀਰ ਸਿੰਘ ਗਿੱਲ ਤੇ ਹਰਮਨ ਬਾਵਾ ਜੀ ਦਾ ਵਿਸ਼ੇਸ਼ ਪ੍ਰਬੰਧਾਂ ਲਈ ਧੰਨਵਾਦ ਕੀਤਾ। ਹੋਰ ਬੋਲਣ ਵਾਲੇ ਬੁਲਾਰਿਆਂ ਵਿੱਚ ਹਰਨਾਮ ਸਿੰਘ ਪੰਨੂ, ਗੁਰਜਤਿੰਦਰ ਸਿੰਘ ਰੰਧਾਵਾ, ਗੁਲਿੰਦਰ ਗਿੱਲ, ਡਾਕਟਰ ਅਰਜਨ ਸਿੰਘ ਜੋਸ਼ਨ, ਗੁਰਦੀਪ ਸਿੰਘ ਅਣਖੀ, ਹਰਜਿੰਦਰ ਢੇਸੀ, ਸ਼ਾਇਰ ਹਰਜਿੰਦਰ ਕੰਗ, ਸ਼ਾਇਰ ਦਿਲ ਨਿੱਚਰ, ਮਨਰੀਤ ਕੌਰ ਪੰਜਾਬੀ ਸਾਹਿਤ ਸਭਾ, ਹਾਕਮ ਸਿੰਘ ਢਿੱਲੋਂ, ਕਰਮ ਸੰਘਾ, ਅਜੈਬ ਸਿੰਘ ਸੰਘਾ, ਨਾਜ਼ਰ ਸਹੋਤਾ, ਅਮਰਜੀਤ ਦੋਦਰ, ਜਥੇਦਾਰ ਜੁਗਰਾਜ ਸਿੰਘ ਦੋਦਰ, ਅਰਜਨ ਸਿੰਘ ਜੋਸ਼ਨ, ਬਬਲਾ ਮਲੂਕਾ, ਪਸ਼ੌਰਾ ਸਿੰਘ ਢਿੱਲੋਂ, ਦਲਜੀਤ ਰਿਆੜ, ਜਗਸੀਰ ਬਰਾੜ, ਭੋਲਾ ਬਰਾੜ, ਜਸਪਾਲ ਸਿੰਘ ਬਿਲਾਸਪੁਰ ਆਦਿ ਦੇ ਨਾਮ ਜ਼ਿਕਰਯੋਗ ਹਨ। ਕਿਤਾਬਾਂ ਰਿਲੀਜ਼ ਕਰਨ ਮਗਰੋਂ ਕਵੀ ਦਰਬਾਰ ਦੀ ਸਟੇਜ ਸਕੱਤਰਤਾ ਗਾਇਕ ਗੋਗੀ ਸੰਧੂ ਨੇ ਬਾਖੂਬੀ ਨਿਭਾਈ। ਕਵੀ ਦਰਬਾਰ ਦਾ ਆਗਾਜ਼ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਖੂਬਸੂਰਤ ਗੀਤ ਨਾਲ ਕੀਤਾ। ਇਸ ਮੌਕੇ ਜੋਤੀ ਸਿੰਘ, ਦਲਜੀਤ ਕੌਰ, ਕਮਲ ਬੰਗਾ, ਕਾਕਾ ਅਮਨਜੋਤ ਸਿੰਘ, ਬਾਈ ਸੁਰਜੀਤ, ਅਵਤਾਰ ਗਰੇਵਾਲ, ਪੱਪੀ ਭਦੌੜ ਆਦਿ ਗਾਇਕਾਂ ਅਤੇ ਸ਼ਾਇਰਾਂ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ। ਅੰਤ ਅਮਿਟ ਪੈੜਾ ਛੱਡਦਾ ਕਰੀ ਹਾਊਸ ਰੈਸਟੋਰੈਂਟ ਦੇ ਰਾਤਰੀ ਦੇ ਸਵਾਦਿਸ਼ਟ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਖੇਡਣ ਦੇ ਦਿਨ 4 ਜਵਾਨੀ ਫਿਰ ਨਾ ਆਉਣੀ, ਗਈ ਬੇਅਰਥੀ ਚੀਜ਼ ਕਿਸੇ ਨੇ ਵੀ ਨਹੀਂ ਪਰਤਾਉਣੀ। ਖੇਡਣ ਦੇ ਦਿਨ 4 ਜਵਾਨੀ ਫਿਰ ਨਹੀਂ ਆਉਣੀ, ਗਈ ਬੇਅਰਥੀ ਚੀਜ਼ ਕਿਸੇ ਨੇ ਵੀ ਨਹੀਂ ਪਰਤਾਉਣੀ। ਇਸ ਸਾਡੇ ਖੁਸ਼ੀ ਦੇ ਪ੍ਰੋਗਰਾਮ ਵਿੱਚ ਜਿਹੜਾ ਤੁਸੀਂ ਆ ਕੇ ਹਿੱਸਾ ਪਾਇਆ, ਸਾਡੀ ਖੁਸ਼ੀ ਨੂੰ ਆ ਕੇ ਹੋਰ ਦੂਣਾ ਕੀਤਾ। ਤੁਸੀਂ ਗੱਲ ਕਰ ਰਹੇ ਸੀ ਜਿਹੜੀ ਕਿਤਾਬ ਮੈਂ ਲਿਖੀ ਹੈ ਤਿੜਕ ਦੀ ਹਵੇਲੀ, ਤੇ ਜਿਹੜੀ ਕਿਤਾਬ ਰਣਜੀਤ ਗਿੱਲ ਨੇ ਲਿਖੀ ਹੈ ਉਡਾਰੀਆਂ, ਉਹ ਕਾਵਿ ਸੰਗ੍ਰਹਿ ਹੈ, ਮੇਰੇ ਵਾਲਾ ਨਾਵਲ ਹੈ। ਸੋ ਇਹਨਾਂ ਦੋਨਾਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਸਾਡੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਤੇ ਭੈਣ ਜੀ ਹਰਿੰਦਰ ਕੌਰ ਸੋਹੀ ਨੇ
बड़ी ही चंगी तरह इन्होंने पढ़िया, पढ़ के साडी हौसला अफजाई की कि इहनूं छपवाया जाए। तो इसे करके जिहड़ी असीं है वो किताब छपवाई है। बेसिकली ये तुसीं कह लो कि इन्हां दी हौसला अफजाई नाल ही ये किताब जिहड़ी है ये इत्थे साडे हत्थां दे विच आई है। सो जिथों तक मैं इन्हां दा डॉक्टर साहब बारे जिन्ना कि मैं इन्हां बारे सुनिया पढ़िया वो मैं तुहाडे सामने रखण लगा है। पर इन्हां दियां जिहड़ियां मल्लां इन्हां ने अपनी जिंदगी दे विच बहुत मारियां, सारा कुछ बयान करना बहुत औखा है, पर थोड़ा बहुता मैं मोटा मोटा तुहाडे सामने वो रखण लगा। सब तो पहला मैं भैन जी प्रोफैसर हरिंदर कौर सोही बारे दसदा है कि उन्हां दा पिंड लुधियाने डिस्ट्रिक्ट दे विच सवद्दी पिंड है ते उन्होंने ग्रैजुएशन जिहड़ी कीती है वो सिद्धमा कॉलेज तो कीती है। हाँ, मैं ये दसना पहला रह गया कि डॉक्टर सोही साहब ते भैन जी हरिंदर सोही साहब दोवें कैनेडा तो खास करके इस प्रोग्राम दे विच जिहड़े शामिल होने लई आए हैं ते इन्हां दा उस लई बहुत बहुत मशकूर हैं, बहुत धन्नवादी हैं इन्हां दे जिन्हां ने साडा ये सदा जिहड़ा ਉਹ कबूल कीता। आईयां सारियां शख्सियतां सब नूं सत श्री अकाल। ਅੱਜ ਅਸੀਂ ਸਾਰੇ ਰਣਜੀਤ ਸਿੰਘ ਗਿੱਲ ਤੇ ਸਰਦਾਰ ਸਾਧੂ ਸਿੰਘ ਸੰਘਾ ਦੀਆਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਲਈ ਇਕੱਠੇ ਹੋਏ ਹਾਂ। ਕਿਸੇ ਵੀ ਲੇਖਕ ਲਈ ਇਹ ਇੱਕ ਬਹੁਤ ਹੀ ਵੱਡਾ ਖੁਸ਼ੀ ਦਾ ਮੌਕਾ ਹੁੰਦਾ ਜਦੋਂ ਉਹਦੀ ਕਿਤਾਬ ਰਿਲੀਜ਼ ਹੁੰਦੀ ਆ। ਪਾਠਕਾਂ ਤੇ ਸਰੋਤਿਆਂ ਦੇ ਲਈ ਇਹ ਕੁਝ ਸਿੱਖਣ ਦਾ ਮੌਕਾ ਹੁੰਦਾ, ਪ੍ਰੇਰਨਾ ਦਾ ਮੌਕਾ ਹੁੰਦਾ। ਸੋ ਮੈਂ ਇਹਨਾਂ ਦੋਵਾਂ ਵੀਰਾਂ ਦਾ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਦਿੱਤਾ। मैं अपने भी गुलिंदर गिल ते रंधावा साहब दा भी स्पैशल थैंक्स करदी हां जिहड़े सानू अपने रुझेवियां दे विचों समा कढ के डबलिन तो लैके आए ते इस प्रोग्राम विच शमूलियत करन दा मौका दिता। चरणजीत सिंह बाठ जिन्हां नू रायकोट कॉलेज, सुधार कॉलेज ते बहुत सारे प्रोग्रामां विच मिलन, गल्लां करन ते सुणन दा मौका मिलिया। बड़ा चंगा लगदा जदों परदेसां दे विच अपने एरिए दे भैण भरा मिलदे ने। ਅੱਜ ਅਸੀਂ ਦੋ ਕਿਤਾਬਾਂ ਬਾਰੇ ਵਿਚਾਰ ਵਟਾਂਦਰਾ ਕਰਨਾ। ਪਹਿਲੀ ਹੈ ਉਡਾਰੀਆਂ, ਦੂਜੀ ਧੜਕਦੀ ਹਵੇਲੀ। ਕੁਦਰਤੀ ਤੌਰ ਤੇ ਇਹਨਾਂ ਦੋਵਾਂ ਕਿਤਾਬਾਂ ਦੇ ਜਿਹੜੇ ਮੁੱਢਲੇ ਵਿਚਾਰ ਨੇ ਉਹ ਮੇਰੇ ਦੁਆਰਾ ਲਿਖੇ ਗਏ ਨੇ। ਸੋ ਮੈਂ ਇਹਨਾਂ ਬਾਰੇ ਬਹੁਤ ਡਿਟੇਲ 'ਚ ਗੱਲ ਨਹੀਂ ਕਰੂੰਗੀ ਕਿਉਂਕਿ ਸਾਰੇ ਬੁਲਾਰਿਆਂ ਨੇ ਬੋਲਣਾ। ਮੈਂ ਜਨਰਲ ਜੀਆਂ ਗੱਲਾਂ ਕਰੂੰਗੀ ਕਿਉਂਕਿ ਕਿਤਾਬਾਂ ਤੁਸੀਂ ਪੜ੍ਹ ਹੀ ਲੈਣੀਆਂ ਨੇ। ਪਹਿਲਾਂ ਆਪਾਂ ਗੱਲ ਕਰਾਂਗੇ रणजीत सिंह गिल की पुस्तक उडारियां बारे। ये किताब पोइट्री दी है। रणजीत गिल ने जो पोइट्री लिखनी शुरू की सी उस समय बोलियां तो की सी जां छोटे काव टुकड़ियां तो। अज रणजीत गिल बहुत ही खूबसूरत काव सिरजना कर रहे ने। इन्हां दे विषय बहुभांति ने। किते तां इन्हां ने मत वर्ग की गल कीती आ, किते साडी हेठली किसानी की बात पाई आ, किते मजदूर वर्ग बारे लिखिया। कई बार साडे पेंडू जीवन दियां परतां नूं फरोल के पिंडां दे लोकां नाल प्यार भावनावां उन्हां दे बारे चिंतावां फिकर जाहिर कीते ने अपणियां कवितावां दे विच। साडे पंजाबी सभ्याचार दियां परतां भी इन्हां ने बहुत सारियां फरोलियां ने। इस तो इलावा साडे देश बारे, कौम बारे, समाज बारे ते लोकां बारे जेड़ा जज्बा रणजीत गिल दी पुस्तक दे विच जां इन्हां दीयां कवितावां दे विच है ਉਹ ਇਹਨਾਂ ਨੂੰ ਬਾਕੀ ਕਵੀਆਂ ਤੋਂ ਵੱਖਰਾ ਬਣਾ ਦਿੰਦਾ। ਮੈਨੂੰ ਇਉਂ ਲੱਗਦਾ ਵੀ ਇਹਨਾਂ ਵਿੱਚ ਸੁਸਾਇਟੀ ਲਈ ਕੁਝ ਕਰਨ ਦੀ ਤੀਬਰ ਇੱਛਾ ਹੈ। ਇਹੀ ਇੱਛਾ ਰਣਜੀਤ ਗਿੱਲ ਨੂੰ ਉਡਾਈ ਫਿਰਦੀ ਆ। ਕਈ ਵਾਰੀ ਇਉਂ ਮਹਿਸੂਸ ਹੁੰਦਾ ਇਹ ਕਲਮ ਲੋਕਾਂ ਲਈ ਆ। ਪਹਿਲਾ ਨਾਵਲ ਆ। ਮੈਂ ਜੋ ਸੋਚ ਕੇ ਇਹ ਨਾਵਲ ਨੂੰ ਪੜ੍ਹਨਾ ਸ਼ੁਰੂ ਕੀਤਾ ਪਰ ਇਹ ਨਾਵਲ ਉਹ ਤੋਂ ਬਹੁਤ ਵੱਖਰਾ ਸੀ। ਮੈਂ ਜਿਉਂ-ਜਿਉਂ ਨਾਵਲ ਨੂੰ ਪੜ੍ਹਦੀ ਗਈ ਇਹ ਨਾਵਲ ਦੇ ਵਿੱਚੋਂ ਬਹੁਤ ਸਾਰੀਆਂ ਪਰਤਾਂ ਖੁੱਲਦੀਆਂ ਗਈਆਂ। ਮੈਨੂੰ ਮਹਿਸੂਸ ਹੋਇਆ ਕਿ ਇਹ ਕਲਮ ਬਹੁਤ ਮੈਚੁਰ ਤੇ ਸੁਚੇਤ ਕਲਮ ਹੈ। ਸਾਧੂ ਸਿੰਘ ਸੰਘਾ ਦੇ ਨਾਵਲ ਦੇ ਵਿੱਚ ਲਗਾਤਾਰਤਾ ਹੈ, ਇਕਾਗਰਤਾ ਹੈ। ਜਦੋਂ ਅਸੀਂ ਛੋਟੇ ਹੁੰਦੇ ਬੱਚੇ ਆਪਣੀਆਂ ਦਾਦੀਆਂ ਨਾਨੀਆਂ ਤੋਂ ਬਾਤਾਂ ਸੁਣਦੇ ਹੁੰਦੇ ਸੀ ਤੇ ਮੂੰਹ ਅੱਡ ਕੇ ਹੁੰਗਾਰਾ ਭਰਦੇ ਸੀ, ਬੇਬੇ ਫੇਰ ਕੀ ਹੋਇਆ। ਸੋ ਬਿਲਕੁਲ ਇਸੇ ਤਰ੍ਹਾਂ
ਇਸ ਨਾਵਲ ਤਿੜਕ ਦੀ ਹਵੇਲੀ ਨੂੰ ਜਦੋਂ ਪੜ੍ਹਦੇ ਆ ਤਾਂ ਇੱਕ ਉਤਸੁਕਤਾ ਪੈਦਾ ਹੁੰਦੀ ਆ ਕਿ ਅੱਗੋਂ ਕੀ ਹੋਇਆ ਹੋਵੇਗਾ। ਇਸ ਉਤਸੁਕਤਾ ਕਰਕੇ ਹੀ ਮੈਂ ਕੁਝ ਘੰਟਿਆਂ ਦੇ ਵਿੱਚ ਨਾਵਲ ਪੜ੍ਹ ਲਿਆ। ਇਹਨਾਂ ਦੇ ਨਾਵਲ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਸਮਾਜਿਕ ਹੈ, ਪਰ ਕਈ ਸਹਾਇਕ ਵਿਸ਼ੇ ਕਰੂੰਬਲਾਂ ਵਾਂਗ ਇਹਦੇ ਵਿੱਚੋਂ ਫੁੱਟਦੇ ਨੇ, ਜਿਵੇਂ ਮਾਨਸਿਕ ਵਿਸ਼ੇ ਹੋਏ, ਆਰਥਿਕ ਵਿਸ਼ੇ ਹੋਏ, ਸੱਭਿਆਚਾਰਕ ਵਿਸ਼ੇ ਹੋਏ, ਪਰਿਵਾਰਕ ਵਿਸ਼ੇ, ਇਹ ਸਾਰੇ ਇਹਦੇ ਵਿੱਚੋਂ ਨਿਕਲਦੇ ਨੇ ਅੱਡ-ਅੱਡ ਕਹਾਣੀਆਂ ਦੇ ਵਿੱਚ। ਜਿਵੇਂ ਕਹਿੰਦੇ ਹੁੰਦੇ ਆ ਵੀ ਕੋਈ ਵੀ ਜਦੋਂ ਲੇਖਕ ਕੋਈ ਰਚਨਾ ਲਿਖਦਾ ਉਹਦਾ ਕੋਈ ਨਾ ਕੋਈ ਮਕਸਦ ਹੁੰਦਾ ਲਿਖਣ ਦਾ। ਮੈਂ ਜੋ ਮਹਿਸੂਸ ਕੀਤਾ, ਸੰਘਾ ਸਾਹਿਬ ਦੇ ਦਿਮਾਗ 'ਚ ਕੀ ਹੈ ਮੈਨੂੰ ਨਹੀਂ ਪਤਾ, ਪਰ ਮੈਨੂੰ ਜਿਹੜਾ ਮਹਿਸੂਸ ਹੋਇਆ ਕਿ ਇਹਨਾਂ ਦਾ ਮਕਸਦ ਇਹ ਸੀ ਕਿ ਸਾਰੀਆਂ ਕਹਾਣੀਆਂ, ਘਟਨਾਵਾਂ ਇਹਨਾਂ ਦੇ ਦਿਮਾਗ ਵਿੱਚ ਚਿਰਾਂ ਤੋਂ ਜਿਹੜੀਆਂ ਖੌਰੂ ਜਿਹਾ ਪਾਉਂਦੀਆਂ ਫਿਰ ਰਹੀਆਂ ਸੀ ਤੇ ਇਹਨਾਂ ਨੇ ਉਹਨਾਂ ਨੂੰ ਕਲਮਬੱਧ ਕਰਕੇ ਇੱਕ ਪੁਸਤਕ ਰੂਪ ਵਿੱਚ ਸੰਭਾਲਣ ਦਾ ਯਤਨ ਕੀਤਾ। ਦੂਜਾ ਵੱਡਾ ਮਕਸਦ ਜਿਹੜਾ ਮੈਂ ਸਮਝਦੀ ਆ ਉਹ ਇਹ ਕਿ ਸਾਡੀ ਸੁਸਾਇਟੀ 'ਚ, ਸਾਡੇ ਪਰਿਵਾਰਾਂ ਦੇ ਵਿੱਚ ਛੋਟੀ ਛੋਟੀ ਗੱਲ ਜਿਹੜੀ ਆ ਕਈ ਵਾਰੀ ਵੱਡੀ ਸਮੱਸਿਆ ਬਣ ਜਾਂਦੀ ਆ, ਭਿਆਨਕ ਰੂਪ ਜਿਹੜੀ ਧਾਰ ਜਾਂਦੀ ਆ। ਜਿਵੇਂ ਅਸੀਂ ਕਹਿ ਦਈਏ ਬਾਤ ਦਾ ਬਤੰਗੜ ਬਣਾ ਲਈਦਾ ਤੇ ਉਹ ਫਿਰ ਪਰਿਵਾਰ ਦੇ ਵਿੱਚ ਦਰਾੜਾਂ ਪੈ ਜਾਂਦੀਆਂ। ਇਹ ਜਿਹੜਾ ਹੈ ਇਹਨਾਂ ਦੇ ਨਾਵਲ ਤਿੜਕ ਦੀ ਹਵੇਲੀ ਦੇ ਵਿੱਚ ਹੋਇਆ। ਇਸ ਕਰਕੇ ਇਹਨਾਂ ਨੇ ਪਾਠਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਕਿ ਨਿੱਕੀਆਂ ਗੱਲਾਂ ਨੂੰ ਵੱਡੀਆਂ ਨਾ ਬਣਾਓ, ਇਹਨਾਂ ਤੋਂ ਬਚਾਓ। ਜਦੋਂ ਪਰਿਵਾਰ ਦੇ ਵਿੱਚ ਰਿਸ਼ਤੇ ਤਿੜਕਣ ਲੱਗ ਜਾਂਦੇ ਆ ਤੇ ਉਹਦੇ ਨਾਲ ਜਿਹੜੀਆਂ ਘਰ ਦੀਆਂ ਕੰਧਾਂ ਹੈ ਉਹ ਵੀ ਤਿੜਕ ਜਾਂਦੀਆਂ। ਸੋ ਜਦੋਂ ਜੇ ਉਹਨਾਂ ਨੂੰ ਨਾ ਮੌਕੇ ਸਿਰ ਸੰਭਾਲਿਆ ਜਾਵੇ ਤਾਂ ਜਿਹੜਾ ਢਹਿ ਢੇਰੀ ਹੋ ਜਾਂਦਾ ਸਾਰਾ ਕੁਝ। ਸੋ ਜਿਹੜੇ ਬੜੇ ਹੀ ਮਿਹਨਤ ਨਾਲ ਬਣਾਈਆਂ ਹੋਈਆਂ ਚੀਜ਼ਾਂ ਤੁਹਾਡੀਆਂ ਉਹ ਖਰਾਬ ਹੋ ਜਾਂਦੀਆਂ। 2 ਕਿਤਾਬਾਂ ਦੇ ਲਈ ਹੋ ਰਿਹਾ ਹੈ, 2 ਸ਼ਖਸੀਅਤਾਂ ਨੂੰ ਮਾਣ ਤੇ ਸਨਮਾਨ ਦੇਣ ਲਈ ਹੋ ਰਿਹਾ ਹੈ। ਉਹਨਾਂ ਦੋਨਾਂ ਨੂੰ ਮੈਂ ਵਧਾਈਆਂ ਦਿੰਦਾ। ਰਣਜੀਤ ਗਿੱਲ ਮੇਰਾ ਛੋਟਾ ਵੀਰ ਵੀ ਵਾਗ ਹੈ ਤੇ ਕਵੀ ਇਸ ਵੇਲੇ ਬਹੁਤ ਮਸ਼ਹੂਰ ਹੋ ਚੁੱਕਿਆ ਹੈ। ਇਹ ਸਾਨੂੰ ਬਹੁਤ ਸਤਿਕਾਰ ਦਿੰਦਾ, ਮਾਣ ਦਿੰਦਾ ਹੈ। ਕੈਨੇਡਾ 'ਚ ਬੈਠੇ ਉੱਥੇ ਵੀ ਮਿਲ ਕੇ ਆਉਂਦਾ ਹੈ, ਪਹਿਲਾਂ ਲੁਧਿਆਣੇ ਵੀ ਮਿਲਦਾ ਰਿਹਾ ਹੈ, ਅਸੀਂ ਲੁਧਿਆਣੇ ਰਹੇ ਹਾਂ ਲੰਬਾ ਸਮਾਂ, ਤੇ ਅੱਜ ਇਸ ਕਿਤਾਬ ਦੇ ਮੌਕੇ ਤੇ ਸਾਨੂੰ ਫਿਰ ਇਹਨਾਂ ਨੇ ਨਵਾਜਿਆ ਹੈ, ਇਸ ਲਈ ਅਸੀਂ ਇਹਦਾ ਸਤਿਕਾਰ ਕਰਦੇ ਹਾਂ। ਡਾਕਟਰ ਸਾਧੂ ਸਿੰਘ ਸੰਘਾ ਜੀ, ਇਸ ਧਰਤੀ ਦੇ ਉੱਤੇ ਇਹਨਾਂ ਨੇ ਬਹੁਤ ਕੰਮ ਕੀਤਾ, ਪਰ ਹੁਣ ਸਾਹਿਤ ਦੇ ਖੇਤਰ ਦੇ ਵਿੱਚ ਇਹ ਨਵੇਂ ਪ੍ਰਵੇਸ਼ ਕੀਤੇ ਨੇ। ਲਿਖਦੇ ਪਹਿਲਾਂ ਵੀ ਰਹੇ ਪਰ ਪਬਲਿਸ਼ ਇਹਨਾਂ ਦਾ ਸਾਹਿਤ ਹੁਣ ਹੋਣ ਲੱਗਿਆ ਹੈ। ਜਿਸ ਸਪੀਡ ਨਾਲ ਇਹ ਲਿਖ ਰਹੇ ਨੇ, ਇਹਨਾਂ ਦਾ ਦੂਜਾ ਨਾਵਲ ਵੀ ਤਿਆਰ ਹੈ, ਕਵਿਤਾ ਵੀ ਲਿਖਦੇ ਨੇ। ਮੈਨੂੰ ਲੱਗਦਾ ਆਉਣ ਵਾਲੇ ਸਾਲਾਂ 'ਚ ਹਰ ਸਾਲ ਦੇ ਵਿੱਚ 1 ਜਾਂ 2 ਕਿਤਾਬਾਂ ਸਮਾਜ ਨੂੰ ਦੇਣ ਦੀ ਸਮਰੱਥਾ ਇਹਨਾਂ ਦੋਹਾਂ ਦੇ ਵਿੱਚ ਹੈ। ਸੰਗ੍ਰਹਿ ਹੈਗਾ ਕਵੀ ਸੰਗ੍ਰਹਿ ਉਡਾਰੀਆਂ। ਇਹ ਐਸਥੈਟਿਕਸ ਪਬਲੀਕੇਸ਼ਨ ਲੁਧਿਆਣਾ ਵੱਲੋਂ ਪਬਲਿਸ਼ ਕੀਤੀ ਗਈ ਹੈ ਤੇ 152 ਪੇਜਾਂ ਦਾ ਇਹ ਕਵੀ ਸੰਗ੍ਰਹਿ ਹੈ। ਇਸੇ ਤਰੀਕੇ ਦੇ ਨਾਲ ਸਰਦਾਰ ਸਾਧੂ ਸਿੰਘ ਸੰਘਾ ਹੋਰਾਂ ਦੀ ਜਿਹੜੀ ਨਾਵਲ ਤਿੜਕ ਦੀ ਹਵੇਲੀ ਉਹ ਲੋਕ ਗੀਤ ਪ੍ਰਕਾਸ਼ਨ ਮਹਾਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਤੇ 181 ਪੇਜਾਂ ਦਾ ਇਹ ਨਾਵਲ ਹੈਗਾ। ਸੋ ਇਹਦੇ ਨਾਲ ਮੈਂ ਬੇਨਤੀ ਕਰਨੀ ਚਾਹੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਹਰਨਾਮ ਸਿੰਘ ਹੋਰੀ, ਜਿਨ੍ਹਾਂ ਦੀਆਂ 2 ਕਿਤਾਬਾਂ ਲੱਸੀ ਦਾ ਛਿੱਟਾ ਤੇ ਰਿਸ਼ਤੇ ਨਾਤਿਆਂ ਦੇ ਰੰਗ ਲਿਖੇ ਆ। ਤੀਜੀ ਕਿਸਮ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਰਲੇ ਮਿਲੇ ਉਹ ਲੋਕ ਹੁੰਦੇ ਨੇ ਜਿਹੜੇ ਚਿੱਤ ਦੇ ਠੱਗ, ਬੇਈਮਾਨ, ਕਿਰਤਕਣ ਤੇ ਹੋਰ ਵੀ ਤਰ੍ਹਾਂ ਦੇ ਲਾਲਚੀ ਲੋਕ ਹੁੰਦੇ ਨੇ। ਸੋ ਇਹ ਸਭ ਤਰ੍ਹਾਂ ਦੇ ਲੋਕ ਆਪੋ ਆਪਣਾ ਰੋਲ ਅਦਾ ਕਰਦੇ ਹੋਏ ਲੜਦੇ, ਝਗੜਦੇ, ਮੰਨਦੇ, ਰੁੱਸਦੇ, ਇੱਕ ਦੂਜੇ ਨਾਲ ਖਹਿੰਦੇ ਇਸ ਜੀਵਨ ਦਰਿਆ ਦੇ ਵਿੱਚ ਵਗੀ ਜਾਂਦੇ ਨੇ ਤੇ ਇਹ ਜੀਵਨ ਵਰਤਾਰਾ ਆਦਿ ਕਾਲ ਤੋਂ ਚੱਲਦਾ ਆਇਆ ਹੈ। ਦੋਨੇ ਮੇਰੇ ਵੀਰ ਰਣਜੀਤ ਸਿੰਘ ਗਿੱਲ, ਮੈਂ ਨਾ ਜਦੋਂ ਉਡਾਰੀਆਂ ਪੜ੍ਹਿਆ ਤੇ ਥੋੜਾ ਮੈਨੂੰ ਇਹ ਜ਼ਰੂਰ ਲੱਗਾ ਕਿ ਕਵਿਤਾ ਦੀ ਕਿਤਾਬ ਦੇ ਜੋ ਉਡਾਰੀਆਂ, ਮਨ ਦੀਆਂ ਉਡਾਰੀਆਂ ਸਮਾਜਿਕ ਹੋਣ, ਸੱਭਿਆਚਾਰਕ ਹੋਣ ਜਾਂ ਪ੍ਰਦੇਸ਼ਾਂ ਦੀਆਂ ਹੁਣ ਪ੍ਰਵਾਸੀ ਗੱਲਾਂ ਹੋਣ, ਪਰ ਇਹੋ ਜਿਹੀ ਗੱਲ ਹੋ ਸਕਦੀ ਆ। ਤੇ ਇਹ ਟਾਈਟਲ ਜਿਹਨੇ ਵੀ ਰੱਖਿਆ, ਜਿਹਨੇ ਵੀ ਨਾਂ ਰੱਖਿਆ, ਉਹ ਵੀ ਵਧਾਈ ਦੇ ਪਾਤਰ ਨਾਂ ਬਹੁਤ ਜੱਜਦਾ ਆ। ਤਿੜਕ ਦੀ ਹਵੇਲੀ ਬਾਰੇ ਮੇਰਾ ਸੇਮ ਇੱਕ ਇਤਿਹਾਸਕ ਦਸਤਾਵੇਜ਼ ਲੱਗਾ ਮੈਨੂੰ, ਤੇ ਜਿਹਦੇ ਵਿੱਚ ਮੈਨੂੰ ਲੱਗਾ ਕਿ ਸਾਧੂ ਸਿੰਘ ਸੰਘਾ ਜੀ ਬਹੁਤ ਵੱਡੀ ਗੱਲ ਕਰਨਗੇ ਤੇ ਉਹ ਸੋਈ ਸਾਹਿਬ ਹੁਣੇ ਅੱਜ ਇੱਥੇ ਦੱਸ ਦਿੱਤੀ ਆ ਕਿ ਉਹਨੇ ਵਾਕਈ ਬਹੁਤ ਵੱਡੀ ਗੱਲ ਦੇ ਖੇਤਰ ਵਿੱਚ ਬਹੁਤ ਵੱਡੀ ਗੱਲ ਕੀਤੀ। ਜਿਨ੍ਹਾਂ ਦੇ ਹੱਥੋਂ ਅਸੀਂ ਪੜ੍ਹੇ ਆ ਤੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਸਾਨੂੰ ਉਤਸ਼ਾਹਿਤ ਕੀਤਾ, ਇੱਕ ਡਾਕਟਰ ਪੱਧਰ ਤੇ ਪਹੁੰਚਾਇਆ। ਅੱਜ ਸਾਡੇ ਨਾਲ ਡਾਕਟਰ ਲੱਗਦਾ ਹੈਗਾ ਕਿਉਂਕਿ ਅਸੀਂ ਇਹੋ ਜਿਹੇ ਪ੍ਰੋਫੈਸਰਾਂ ਦੇ ਹੱਥੋਂ ਪੜ੍ਹੇ ਆ।
ਜਿਨ੍ਹਾਂ ਨੇ ਅੱਜ ਸਾਡੇ ਅੰਦਰ ਇੱਕ ਅਜਿਹੀ, ਤੁਸੀਂ ਦੇਖਿਆ ਕਿ ਤੁਹਾਡੇ ਅੰਦਰ ਵੀ ਇੱਕ ਉਤਸੁਕਤਾ ਉੱਠੀ ਕਿ ਵਾਕਿਆ ਹੀ ਕਿ ਨੋਵਲ ਦੇ ਵਿੱਚ ਕੀ ਹੈ, ਉਡਾਰੀਆਂ ਦੇ ਵਿੱਚ ਕੀ ਹੈ, ਕਿਵੇਂ ਉਡਾਰੀਆਂ ਲਾਈਆਂ ਨੇ ਉਹਦੇ ਵਿੱਚ, ਤੇ ਉਹ ਜਿਹੜੀ ਚੀਜ਼ ਇਹਨਾਂ ਨੇ ਐਕਸਪਲੇਨ ਕਰੀ ਹੈ, ਐਂ ਲੱਗ ਰਿਹਾ ਕਿ ਅਸੀਂ ਅੱਜ ਹੁਣੀ ਚੁੱਕੀਏ ਤੇ ਉਹਨੂੰ ਪੜ੍ਹ ਲਈਏ। ਇਹ ਚੀਜ਼ ਸਾਡੇ ਅੰਦਰ ਸਾਡੇ ਪ੍ਰੋਫੈਸਰਾਂ ਨੇ ਜਗਾਈ। ਇਹ ਕੋਈ ਕਿਤਾਬ ਦਾ ਇਨੋਗ੍ਰੇਸ਼ਨ ਜਾਂ ਘੁੰਡ ਚਕਾਈ ਨਹੀਂ ਲੱਗਦਾ, ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਦੋ ਲਾੜੇ ਬੈਠੇ ਆ, ਦੋਵਾਂ ਦਾ ਵਿਆਹ ਇੱਕੋ ਦਿਨ ਹੋ ਗਿਆ। ਮੈਂ ਆਪਣੇ ਵੱਲੋਂ ਬਹੁਤ ਬਹੁਤ ਪਹਿਲਾਂ ਤਾਂ ਦੋਵਾਂ ਲਾੜਿਆਂ ਨੂੰ ਵਧਾਈ ਦਿੰਦਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣਾ ਕੋਈ ਕੰਮ ਕਰਦੇ ਹੋ ਤੇ ਉਹ ਲੋਕ ਅਰਪਣ ਹੁੰਦਾ ਜਦੋਂ, ਤੇ ਉਹ ਵਿਆਹ ਜਿੰਨੀ ਹੀ ਖੁਸ਼ੀ ਹੁੰਦੀ ਹੈ। ਇਹ ਕੋਈ ਅਤਕਥਨੀ ਨਹੀਂ ਹੈਗੀ, ਜਾਂ ਮੈਂ ਉਹ ਨਹੀਂ ਕਹਿੰਦਾ। ਜਿਵੇਂ ਕਿਤਾਬ ਇੱਕ ਤਿਆਰ ਕਰਨੀ, ਸਾਲਾਂ ਬੱਧੀ ਉੱਤੇ ਕੰਮ ਕਰਨਾ, ਉੱਤੇ ਸਰਚ ਕਰਨੀ, ਫਿਰ ਉਹਨੂੰ ਲਿਖਣਾ, ਫਿਰ ਛਪਾਉਣਾ, ਫਿਰ ਤੁਹਾਡੇ ਵਰਗੇ ਯਾਰਾਂ ਦੋਸਤਾਂ ਦੇ ਅੱਗੇ ਸਨਮੁਖ ਕਰਨਾ, ਇਟਸ ਨੋਟ ਈਜ਼ੀ। ਅੱਜ ਇਹਨਾਂ ਦਾ ਜਿਹੜੀ ਮਿਹਨਤ ਆ ਉਹ ਪੂਰੀ ਪ੍ਰਵਾਨ ਚੜੀ ਆ, ਕਿਉਂਕਿ ਮੈਂ ਖੁਦ 6 ਕਿਤਾਬਾਂ ਲਿਖੀਆਂ। ਸੌਖਾ ਕੰਮ ਨਹੀਂ, ਬਹੁਤ ਔਖਾ ਕੰਮ ਆ। ਕਿਤਾਬ ਛਾਪਣੀ, ਅਖਬਾਰ ਛਾਪਣਾ, ਟੀਵੀ ਚਲਾਉਣਾ, ਹੋਰ ਮੀਡੀਆ ਚਲਾਉਣਾ, ਇਹ ਤਾਂ ਕਹਿ ਲਓ ਵੀ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ। ਇਹ ਚੋਂ ਨਿਕਲਣਾ ਲੁਕਾਉਣਾ ਕੁਛ ਨਹੀਂ, ਪਰ ਸਮਾਜ ਲਈ ਇਹ ਜਿਹੜੀਆਂ ਗੱਲਾਂ, ਜਿੰਨਾ ਫੀਲਡ ਆ ਇਹ ਬਹੁਤ ਜ਼ਰੂਰੀ ਆ। ਜਿੰਨਾ ਚਿਰ ਸਾਡੇ ਸਮਾਜ ਵਿੱਚ ਇਹ ਲੇਖਕ ਨਹੀਂ, ਪੱਤਰਕਾਰ ਨਹੀਂ, ਕੋਈ ਰਿਸਰਚਰ ਨਹੀਂ, ਜਾਂ ਕੋਈ ਹੋਰ ਬੁਲਾਰੇ ਨਹੀਂ, ਉਹਨਾਂ ਚਿਰ ਸਾਡੇ ਸਮਾਜ ਨੂੰ ਸੇਧ ਨਹੀਂ ਮਿਲ ਸਕਦੀ। ਇਹ ਅੱਜ ਦੇ ਜ਼ਮਾਨੇ 'ਚ ਇੱਕ ਤਰਾਸਦੀ ਆ ਕਿ ਸਾਡੇ ਜਿਹੜੇ ਕਿਤਾਬਾਂ ਤੋਂ ਜਿਹੜੇ ਲੋਕ ਉਹ ਦੂਰ ਹਟ ਗਏ ਆ। ਕੋਈ ਸਮਾਂ ਸੀ, ਮੈਂ ਕਿਉਂਕਿ ਲਾਇਬ੍ਰੇਰੀ ਸਪਲਾਈ ਦਾ ਵੀ ਕੰਮ ਕੀਤਾ 6-7 ਸਾਲ ਇੰਡੀਆ, ਸਰਦਾਰ ਕਾਲਜ ਵੀ, ਸੋਈ ਸਾਹਿਬ ਦੇ ਕਾਲਜ ਵੀ ਜਾਂਦਾ ਰਿਹਾ, ਭੈਣ ਜੀ ਹੋਰਾਂ ਦੇ ਰਾਏਕੋਟ ਕਾਲਜ ਵੀ। ਉਹਨਾਂ ਦਿਨਾਂ 'ਚ ਰੈਫਰੈਂਸ ਬੁੱਕਸ ਜਿਹੜੀਆਂ ਹੁੰਦੀਆਂ ਸੀ ਲਾਇਬ੍ਰੇਰੀ ਦੀਆਂ, ਮੈਂ ਉਹ 7-8 ਸਾਲ ਕਾਫੀ ਜ਼ਿਆਦਾ ਕੰਮ ਕੀਤਾ, ਬਹੁਤ ਬਲਕ 'ਚ ਕੰਮ ਕੀਤਾ ਕਹਿ ਲਓ। ਉਦੋਂ ਜ਼ਮਾਨਾ ਸੀ, ਉਦੋਂ UGC ਦੀ ਜੇ ਗ੍ਰਾਂਟ ਵੀ ਹੁੰਦੀ ਸੀ ਕਾਲਜਾਂ 'ਚ, ਯੂਨੀਵਰਸਿਟੀਆਂ 'ਚ, ਉਹ ਪੜ੍ਹਦੇ ਸੀ। ਤੁਸੀਂ ਲਾਇਬ੍ਰੇਰੀ ਚਲੇ ਜਾਓ, ਇੰਨਾ ਸੁੰਨਸਾਨ ਹੁੰਦਾ ਸੀ ਉਦੋਂ, ਮਤਲਬ ਕੋਈ ਡਿਸਟਰਬ ਨਹੀਂ ਸੀ ਕਰਦਾ ਕਿਸੇ ਨੂੰ। ਅੱਜ ਜੇ ਕਿਸੇ ਨੂੰ ਕਹੀਏ ਆਹ ਕਿਤਾਬ ਆ ਲੈ ਜਾ, ਮੈਂ ਦਾਅਵੇ ਨਾਲ ਕਹਿੰਦਾ ਜੇ ਕਿਸੇ ਨੂੰ ਕਿਤਾਬ ਤੁਸੀਂ ਗਿਫਟ ਵੀ ਦਿੰਦੇ ਹੋ ਨਾ, ਉਹ ਘਰੇ ਪਈ ਰਹਿ ਜੂ, ਕੁਛ ਦਿਨ ਸਾਹਮਣੇ ਰਹਿ ਜੂ, ਫਿਰ ਚੱਕ ਕੇ ਕਿਤੇ ਹੋਰ ਰੱਖ ਦਿੱਤੀ ਜਾਊ, ਫਿਰ ਕਿਤੇ ਹਨੇਰੇ ਕਮਰੇ 'ਚ ਉਹ ਕਿਤੇ ਚਲੀ ਜਾਊਗੀ। ਇਹ ਨਹੀਂ ਹੈਗਾ ਵੀ ਉਸ ਕਿਤਾਬ ਨੂੰ ਅਸੀਂ ਆਪਣੀ ਸ਼ੈਲਫ ਦਾ ਸ਼ਿੰਗਾਰ ਬਣਾਈਏ। ਬਿਲਕੁਲ ਇਹ ਜਿਹੜਾ ਜ਼ਮਾਨਾ ਟੋਟਲੀ ਬਦਲ ਗਿਆ, ਕਿਉਂਕਿ ਜਿਹੜਾ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ ਜ਼ਮਾਨਾ, ਉਹਨੇ ਇਹਨਾਂ ਚੀਜ਼ਾਂ ਨੂੰ ਖਤਮ ਕਰਤਾ। ਅੱਜ ਲੋੜ ਆ ਇਹੋ ਜਿਹੇ ਫੰਕਸ਼ਨ ਕਰਕੇ ਇਹ ਜਿਹੜੀਆਂ ਕਿਤਾਬਾਂ ਛਪਦੀਆਂ, ਜੋ ਅਸੀਂ ਕੰਮ ਕਰਦੇ ਆ, ਜੋ ਸਾਡੇ ਰਾਈਟਰ ਕਰਦੇ ਆ, ਉਹਨਾਂ ਨੂੰ ਉਜਾਗਰ ਕਰੀਏ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਜੁੜੀ ਰਵੇ, ਉਹਨਾਂ ਨੂੰ ਪਤਾ ਲੱਗੇ ਵੀ ਕਿਤਾਬਾਂ ਵੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਇੱਕ ਹਿੱਸਾ। ਉਸ ਕਰਕੇ ਮੈਂ ਇਹ ਜਿਹੜਾ ਇੰਨਾ ਮੁਸ਼ਕਲ ਕੰਮ ਆ ਉਹਦੇ ਲਈ ਦੋਵਾਂ ਵੀਰਾਂ ਨੂੰ ਮੈਂ ਵਧਾਈ ਦਿੰਦਾ। ਰਣਜੀਤ ਸਿੰਘ ਜੱਗਾ ਗਿੱਲ ਤੇ ਆਪਣੇ ਸਾਧੂ ਸਿੰਘ ਸੰਘਾ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਆਪਣੇ ਨਾਵਲ ਤੇ ਕਵਿਤਾਵਾਂ ਦੇ ਰੂਪ ਵਿੱਚ ਕਿਤਾਬਾਂ ਲਿਖੀਆਂ। ਇਹ ਦੋਨੋਂ ਬੰਦੇ ਬਹੁਤ ਹੀ ਆਪਣੇ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਦੋਨੋਂ ਜਾਣੇ ਨੇ। ਸਾਨੂੰ ਇਹਨਾਂ ਤੋਂ ਬਹੁਤ ਆਸ ਹੈ ਕਿ ਸਭ ਫਿਊਚਰ ਵਿੱਚ ਵੀ ਸਾਡੀ ਕਮਿਊਨਿਟੀ ਨੂੰ ਬਹੁਤ ਚੰਗਾ ਸਾਹਿਤ ਦੇ ਕੇ ਜਾਣਗੇ। ਇਹੀ ਮੇਰੀ ਪ੍ਰਾਰਥਨਾ, ਚੰਗਾ ਤੋਂ ਚੰਗਾ ਕੰਮ ਕਰਦੇ ਰਹੇ। ਤੇ ਮੈਂ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਤੇ ਖਾਸ ਤੌਰ ਤੇ ਜਿਹੜੇ ਸਾਡੇ ਸਮੂਹ ਕੈਲੀਫੋਰਨੀਆ ਦੇ ਨਹੀਂ ਸਗੋਂ ਹੋਰ ਦੁਨੀਆ ਦੇ ਵੀ ਬਹੁਤ ਵੱਡੇ ਵੱਡੇ ਹਸਤੀਆਂ ਆਈਆਂ ਹੋਈਆਂ, ਮੈਂ ਉਹਨਾਂ ਨੂੰ ਆਪਣੇ ਸਿਰਜਣੋਂ ਵੱਲੋਂ ਤੇ ਬਹੁਤ ਬਹੁਤ ਜੀਓ ਆਇਆ ਕਹਿੰਦਾ ਹਾਂ, ਤੇ ਮੇਰੇ ਵੱਲੋਂ ਦੋਨਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੈ। ਜਿਹੜੀ ਕਰੰਟ ਸਿਵਲਾਈਜੇਸ਼ਨ ਆ ਦੁਨੀਆ ਦੀ, ਇਹਦੇ ਚ 4 ਲੋਕਾਂ ਦਾ ਮਤਲਬ 4 ਲੋਕਾਂ ਦੀ ਯੋਗਦਾਨ ਆ, ਤੇ ਉਹਨਾਂ ਚੋਂ 3 ਯੂਤੀ ਆ, ਆਇਨਸਟਾਈਨ, ਕਾਰਲ ਮਾਰਕਸ ਤੇ ਫਰਾਇਡ। ਸਿਰਫ ਡਾਰਵਿਨ ਆ ਜਿਹੜਾ ਇੰਗਲੈਂਡ ਦਾ। ਸੋ ਗ੍ਰੇਟ ਆ ਉਹਨਾਂ ਦੀ। ਅਸੀਂ ਜੇ ਉਹਨਾਂ ਨੂੰ ਫਾਲੋ ਕਰ ਸਕੀਏ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਗ੍ਰੇਟ ਗੱਲ ਹੋਊਗੀ, ਪਰ ਨਹੀਂ ਹੋਣੀ,
ਕਿਉਂਕਿ ਸਾਡੇ 'ਚ ਐਜੂਕੇਸ਼ਨ ਹੈ ਨਹੀਂ। ਇਫ ਯੂ ਵਾਂਟ ਟੂ ਡਿਵੈਲਪ देयर आर 3 थिंग्स। नंबर 1 एजुकेशन, नंबर 2 एजुकेशन, नंबर 3 एजुकेशन। कविता की किताब है उडारियां, रणजीत सिंह गिल होरां दी ते साधु सिंह संघा होरां दा नावल तिड़कदी हवेली। सो चलो हजे तिड़कदी है, तिड़की नहीं। सो इस तरह किताबां लिखते रहांगे तो तिड़कणों बचा लांगे। सो बहुत बहुत मुबारकां खास करके रणजीत गिल होरां नूं और इन्हां दे पूरे परिवार नूं। हुण परिवार इन्हां दा वड्डा हो गया, किताबां दे राहीं शब्द संसार दे नाल भी जुड़ गया, जिम्मेवारी जिहड़ी हुण वध गई। क्योंकि पहला रणजीत गिल होरां नूं मैं बहुत सारी स्टेजां दे उत्ते ना कविशरी करदे सुणिया ते उत्थों पता लगदा सी कि इह मानवता दे नाल, समाज दे नाल, लोकां दे दर्द दे नाल बड़े गहरे जुड़े हुए ने। ते मैनूं उम्मीद सी कि किसी ना किसी दिन ये शब्द नाल जुड़नगे और किताब के रूप दे विच अपने जिहड़े जज्बात ने वो लोकां दे अगे रखणगे। ते अज वो बड़ा मुबारक दिन है। और दूसरा है कि शख्सियत भी बड़े ही कोमल ने और मैं समझदा साहित्य नूं दुनिया दा दिल कहा गया। नपोलीਅन कहंदे जिथे कृपान रखदा सी ना अपने सराणे नाल वो होमर दा काव्य संग्रह भी रखदा सी। सो शब्द और शमशीर है जिहड़ी ये दोनों जरूरी ने और साडा खास करके फलसफा भी यही है, मेरी पीरी वाला। सो दोनों चीज़ों को असीं बड़ी हिफाजत दे नाल रखना है। और मैडम हरिंदर सोही होरी बहुत वधिया ढंग नाल उन्हें दस दिता सारा कुछ कि किताबां दे विच की है। ते डॉक्टर पिरथीपाल सिंह सोही होरी इन्हां नूं मिलदा और सुणन दा भी मैनूं मौका मिलिया सी जदों मैं उत्थे कानफ्रेंस ते कनेडा गया सी। और मैनूं याद है इन्हां दे पेपर क्योंकि ਉਹਦੇ ਵਿੱਚ बड़े तर्क ਨਾਲ ਇਹਨਾਂ ਨੇ ਗੱਲਬਾਤ ਕੀਤੀ ਸੀ, JSP ਵਿਸ਼ੇ ਤੇ ਕੀਤੀ ਸੀ। ਰਣਜੀਤ ਗਿੱਲ ਬੜਾ ਹੋਣਹਾਰ ਨੌਜਵਾਨ ਆ। ਅਸੀਂ ਆਸ ਰੱਖਾਂਗੇ ਕਿ ਦੋ ਹੀ ਸਾਥੀ ਅਤੇ ਪੰਨੂ ਸਾਹਿਬ, ਮੈਂ ਦੂਜੇ ਪੜ੍ਹੇ ਲਿਖੇ ਲੋਕਾਂ ਨੂੰ ਬੇਨਤੀ ਕਰਨੀ ਆ, ਘੱਟੋ ਘੱਟ ਇਹਨਾਂ ਦੀ ਰੀਸਰਚ ਕਰ ਲਓ। ਤੁਸੀਂ ਵੀ ਲਿਖੋ, ਜੇ ਨਹੀਂ ਲਿਖ ਸਕਦੇ ਪੜ੍ਹੋ। ਇੱਥੇ ਗੱਲ ਕੀਤੀ ਆ ਨੀਟਾ ਸਾਹਿਬ ਨੇ, ਮੈਂ ਉਹ ਲਈ 1 ਮਿੰਟ ਲੈਣਾ ਤੁਹਾਡਾ। ਕਰਮਨ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚ ਜਗਜੀਤ ਸਿੰਘ ਥਿੰਦ ਨੇ ਲੋਕਾਂ ਤੋਂ ਪੈਸੇ ਮੰਗ ਕੇ ਆਪਣੀ ਜੇਬ ਚੋਂ ਖਰਚ ਕਰਕੇ ਇੱਕ ਇਹੋ ਜਿਹੀ ਲਾਇਬ੍ਰੇਰੀ ਬਣਾਈ ਆ ਜਿਹੜੀ ਅਮਰੀਕਾ 'ਚ ਘੱਟੋ ਘੱਟ ਮਿਸਾਲ ਆ। ਖਾਸ ਤੌਰ ਤੇ ਪੰਜਾਬੀ ਦੀਆਂ ਉਹ ਦੁਰਲੱਭ ਕਿਤਾਬਾਂ ਜਿਹੜੀਆਂ ਕਿਤੇ ਉਹ ਨਹੀਂ ਲੱਭਦੀਆਂ ਉਸ ਲਾਇਬ੍ਰੇਰੀ 'ਚੋਂ ਲੱਭ ਰਹੀਆਂ। ਪਰ ਮੈਨੂੰ ਬਹੁਤ ਅਫਸੋਸ ਆ, ਬਹੁਤ ਵਾਰੀ ਸਟੇਜਾਂ ਤੋਂ ਮੈਂ ਅਪੀਲ ਕੀਤੀ ਆ, ਅੱਜ ਉਸ ਲਾਇਬ੍ਰੇਰੀ ਦੀ ਹਾਲਤ ਇਹ ਆ ਕਿਉਂਕਿ ਇੱਥੇ ਲਾਇਬ੍ਰੇਰੀ ਦਾ ਕਾਨੂੰਨ ਆ, ਜਿਹੜੀ ਕਿਤਾਬ ਕੋਈ ਸਾਲ 2 ਸਾਲ ਨਹੀਂ ਚੁੱਕਦਾ ਉਹਨੂੰ ਲਾ ਕੇ ਥੱਲੇ ਰੱਖ ਦਿੰਦੇ ਆ। ਪਤਾ ਨਹੀਂ ਉਹ ਕਿਸ ਖੂਹ 'ਚ ਜਾਂਦੀ ਆ, ਖਾਤੇ 'ਚ ਜਾਂਦੀ ਆ, ਸਾਨੂੰ ਪਤਾ ਨਹੀਂ। ਲੱਖਾਂ ਰੁਪਏ ਖਰਚ ਕੇ ਥਿੰਦ ਸਾਹਿਬ ਨੇ ਪੰਜਾਬ ਦਾ ਇਤਿਹਾਸ, ਜੋ ਨਾਵਲ, ਨਾਟਕ ਅਤੇ ਇਤਿਹਾਸਿਕ ਕਿਤਾਬਾਂ ਮੰਗਾਈਆਂ, ਉਹਨਾਂ ਚੋਂ ਕਿੰਨੀਆਂ ਫਟਿਆਂ ਤੋਂ ਲੈ ਗਈਆਂ, ਬਾਕੀ ਲੈਣ ਵਾਲੀਆਂ। ਮੈਂ ਸਾਰਿਆਂ ਵੀਰਾਂ ਨੂੰ, ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਆਪਾਂ 2 ਕਿਤਾਬਾਂ ਨੂੰ ਰਿਲੀਜ਼ ਕਰਨ ਵਾਸਤੇ ਇੱਥੇ ਆਏ ਆ। ਉਹਨਾਂ ਵੀਰਾਂ ਨੂੰ ਵਧਾਈ ਦੇਣ ਵਾਸਤੇ ਆਏ ਆ। ਉਹ ਪੜ੍ਹਨ ਕਰਕੇ ਜਾਈਏ ਕਿ ਅਸੀਂ ਕਿਤਾਬਾਂ ਲਾਇਬ੍ਰੇਰੀ 'ਚੋਂ ਇਸ਼ੂ ਕਰਾਓ। ਮੈਂ ਬਹੁਤ ਵਾਰੀ ਜਾ ਕੇ ਸਿਲਮੇ ਇਹ ਗੱਲ ਕਹੀ ਗੁਰਦੁਆਰੇ 'ਚ, ਉਹ ਬੀਬੀਓ 4-4 ਕਿਤਾਬਾਂ ਲਾਇਆ ਕਰੋ, 5-7 ਦਿਨ ਰੱਖ ਕੇ ਵਾਪਸ ਕਰ ਦਿਓ। ਪਰ ਮੈਂ ਜਾ ਕੇ ਜਦੋਂ ਉਹਨਾਂ ਨੂੰ ਪੁੱਛਿਆ ਕੋਈ ਨਹੀਂ ਜਾਂਦਾ। ਦੀ ਹਵੇਲੀ, ਸੋ ਜਿਵੇਂ
ਤਿਲਕ ਦੀ ਹਵੇਲੀ ਨਾਂ ਤੋਂ ਹੀ ਇੱਕ ਆਪਣੇ ਲਈ ਉਹ ਵੀ ਚੈਲੰਜ ਹੈ ਕਿ ਕਿਉਂਕਿ ਨਾ ਤਾਂ ਮੈਂ ਲੇਖਕ ਆ, ਨਾ ਹੀ ਮੈਂ ਬਹੁਤਾ ਵਧੀਆ ਪਾਠਕ ਆ, ਇੱਥੋਂ ਤੱਕ ਮੈਂ ਤਾਂ ਹਜੇ ਸਰੋਤਾ ਵੀ ਨਹੀਂ ਬਹੁਤਾ ਚੰਗਾ। ਕਿਉਂਕਿ ਅਸੀਂ ਜਦੋਂ ਸਾਡੀ ਆਮ ਗੱਲ ਆ, ਮੇਰੀ ਆਪਣੀ ਮੈਂ ਪਰਸਨਲ ਗੱਲ ਕਰਦਾ, ਕੋਈ ਬੰਦਾ ਬੋਲ ਰਿਹਾ, ਕੋਈ ਆਪਣੀ ਗੱਲ ਕਰ ਰਿਹਾ ਤੇ ਉਹਦੇ ਉੱਤੇ ਅਸੀਂ ਨਾਲ ਬੈਠੇ ਨਾ ਕਮੈਂਟਰੀ ਉਦੋਂ ਹੀ ਕਰਨ ਲੱਗ ਪੈਂਦੇ ਆ। ਅੱਜ ਸੱਚਮੁੱਚ ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਵੀ ਕਿਹਾ, ਮੈਂ ਮਹਿਸੂਸ ਕਰਦਾ ਕਿ ਮੇਰੀ ਜ਼ਿੰਦਗੀ ਦਾ ਅੱਜ ਬਹੁਤ ਵੱਡਾ ਦਿਨ ਹੈ। ਮੈਂ ਕਦੇ ਵੀ ਜ਼ਿੰਦਗੀ ਵਿੱਚ ਨਹੀਂ ਸੋਚਿਆ ਸੀ ਕਿ ਮੈਂ ਕੋਈ ਕਿਤਾਬ ਵੀ ਲਿਖਾਂਗਾ ਜਾਂ ਇਸ ਤਰ੍ਹਾਂ ਦੋਸਤਾਂ ਤੋਂ ਇੰਨੇ ਮਾਣ ਦਾ ਪਾਤਰ ਬਣਾਂਗਾ। ਪਰ ਇਸ ਕਿਤਾਬ ਦੇ ਲਿਖਣ ਪਿੱਛੇ ਇੱਕ ਬਹੁਤ ਵੱਡਾ ਹੱਥ ਮੇਰੀ ਭੈਣ ਹਰਿੰਦਰ ਸੋਹੀ ਦਾ ਹੈ। ਅਸੀਂ ਕੈਨੇਡਾ ਇਕੱਠੇ ਹੋਣਾ, ਲੁਧਿਆਣੇ ਇਕੱਠੇ ਹੋਣਾ, ਜਦੋਂ ਵੀ ਇਕੱਠੇ ਹੋਣਾ, ਸੈਕਰਾਮੈਂਟੋ ਇਕੱਠੇ ਹੋਣਾ, ਇਹਨਾਂ ਨੇ ਕਹਿਣਾ ਭਾਈ ਕੁਛ ਸੁਣਾ। ਤੇ ਕੁਦਰਤੀ ਲਿਖਦਾ ਰਹਿੰਦਾ ਸੀਗਾ, ਕਾਲਜ ਵੇਲੇ ਤੋਂ ਲਿਖਣ ਲੱਗ ਗਿਆ ਸੀਗਾ। ਕਦੇ ਇਹ ਨਹੀਂ ਸੀ ਸੋਚਿਆ ਕਿ ਇਹਨੂੰ ਇਕੱਠਾ ਕਰਕੇ ਕਦੇ ਕੋਈ ਕਿਤਾਬ ਵੀ ਬਣੂਗੀ। ਤੇ ਫਿਰ ਇਹਨਾਂ ਨੇ 3 ਸਾਲ ਮੇਰੇ ਹੁੱਜਾਂ ਮਾਰੀਆਂ ਵੀ ਤੂੰ ਸਾਨੂੰ ਦੇ ਸਾਰਾ ਕੁਝ ਅਸੀਂ ਛਕਾਉਣੇ ਆ। ਤੇ ਉਹਦੇ ਨਾਲ ਹੀ ਵੱਡਾ ਯੋਗਦਾਨ ਨੀਟੇ ਬਾਈ ਦਾ ਬਾਅਦ ਮੈਂ ਇੰਡੀਆ ਜਾਣ ਲੱਗਿਆ। ਮੈਨੂੰ ਕਹਿੰਦਾ ਜੇ ਇਸ ਵਾਰ ਕਿਤਾਬ ਨਾ ਛਪਾ ਕੇ ਆਇਆ ਤਾਂ ਅਮਰੀਕਾ ਨਾ ਹੀ। ਤੇ ਕਈ ਗੱਲਾਂ ਜੁੜੀਆਂ। ਬਾਕੀ ਲਿਖਣ ਵਾਲੇ ਜਿਹੜਾ ਹੈਗਾ, ਮੇਰੀ ਕੋਈ ਵੀ ਚੀਜ਼ ਮੈਨੂੰ ਨਹੀਂ ਲੱਗਦਾ ਮੇਰੀ ਆਪਣੀ ਆ, ਇਹ ਤਾਂ ਕਮੈਂਟ ਨੇ। ਮੈਂ ਫੇਸਬੁੱਕ ਤੋਂ ਜੁੜਿਆ ਹੋਇਆ, ਫੇਸਬੁੱਕ ਦੇ ਨਾਲ ਬਹੁਤ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਨਾਮ ਲਵਾਂ ਬਹੁਤ ਜ਼ਿਆਦਾ ਨੇ। ਉਹਨਾਂ ਨੂੰ ਕਮੈਂਟ ਕਰਨ ਲੱਗਦਾ। ਦਲਜੀਤ ਰਿਆੜ ਹੋਣੀ ਨੇ, ਹਰਜਿੰਦਰ ਢੇਸੀ ਹੋਣੀ ਨੇ, ਜਦੋਂ ਵੀ ਬਾਈ ਕੰਗ ਹੋਣੀ ਨੇ, ਕੰਗ ਸਾਹਿਬ ਨੂੰ ਵੀ ਮੈਂ ਅਕਸਰ ਕਈ ਵਾਰੀ ਇਹਨਾਂ ਦਾ ਜਵਾਬ ਕਵਿਤਾ ਵਿੱਚ ਹੀ ਦਿੰਦਾ ਹੁੰਦਾ। ਸੋ ਮੈਂ ਇਸੇ ਕਰਕੇ ਜਿਹੜੀ ਕਿਤਾਬ ਆ ਮੇਰੀ, ਇਹਦਾ ਕੋਈ ਇੱਕ ਮਹਾਂਦਰਾ ਨਹੀਂ ਗਾ, ਇਹਦੇ ਬਹੁਤ ਮਹਾਂਦਰੇ ਨੇ। ਕੋਈ ਇੱਕ ਚੀਜ਼ ਦੂਜੀ ਚੀਜ਼ ਨਾਲ ਨਹੀਂ ਜੁੜਦੀ। ਇੱਕ ਕਮੈਂਟ ਅੱਜ ਪੜਿਆ ਵਾ, ਇੱਕ ਚੀਜ਼ ਨੂੰ ਅੱਜ ਸੁਣਿਆ ਵਾ, ਉਹਦੇ ਤੇ ਭਾਵੁਕ ਹੋ ਕੇ ਕੋਈ ਜਵਾਬ ਦਿੱਤਾ ਵਾ, ਉਹਦਾ ਵੱਖਰਾ ਹੀ ਰੰਗ ਹੈ। ਤੇ ਇਹ ਕਿਤਾਬ ਦਾ ਨਾਂ ਜਿਹੜਾ ਰੱਖਿਆ ਵਾ ਉਹ ਵੀ ਸੋਹੀ ਸਾਹਿਬ, ਪ੍ਰਿੰਸੀਪਲ ਸਿੰਘ ਸੋਹੀ ਤੇ ਭੈਣ ਹਰਿੰਦਰ ਸੋਹੀ ਨੇ ਰੱਖਿਆ ਸੀ। ਤੇ ਕਈ ਨਾਂ ਆਏ ਸੀਗੇ। ਤੇ ਇਸ ਕਿਤਾਬ ਨੂੰ ਹੋਂਦ ਦੇ ਵਿੱਚ ਲਿਆਉਣ ਲਈ ਇੱਕ ਨਾਂ ਤਰਨਤਾਰਨ ਤੋਂ ਆਪਣੀ ਕੁੜੀ ਆ ਰਿਤੂ ਵਾਸੂਦੇਵ, ਪਿਛੋਕੜ ਬੰਗਾਲੀ ਆ, ਤੇ ਪਰ ਉਹ ਬਹੁਤ ਵੱਡੀ ਸਾਹਿਤਕਾਰ ਆ। ਉਹਨੂੰ ਜਿੰਨੇ ਵੀ ਮੇਰੀ ਬੁੱਕ ਦੇ ਵਿੱਚ ਵੀ ਕਈ ਹੈਗੇ ਆ, ਉਹਨੂੰ ਕਮੈਂਟ ਦਿੰਦੇ ਕਈ ਕਵਿਤਾਵਾਂ ਬਣ ਗਈਆਂ। ਸੋ ਮੈਂ ਜ਼ਿਆਦਾ ਡਿਟੇਲ ਚ ਨਾ ਜਾਵਾਂ, ਟਾਈਮ ਕਾਫੀ ਹੋ ਚੁੱਕਿਆ ਵਾ। ਤੇ ਇੱਕ ਵਾਰ ਮੈਂ ਸਾਡੀ ਜਥੇਬੰਦੀ ਇੰਡੋ USA ਹੈਰੀਟੇਜ ਦਾ ਮੈਂ ਧੰਨਵਾਦ ਕਰਦਾ, ਸਾਡੇ ਸਮੂਹ ਮੈਂਬਰਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਆਯੋਜਿਤ ਕੀਤਾ ਤੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕੀਤਾ। ਸਭ ਤੋਂ ਵੱਧ ਰਹਿਣੀ ਆ ਬਾੜ ਸਾਹਿਬ ਦਾ, ਇਹਨਾਂ ਦਾ ਸਾਡੇ ਸਿਰ ਤੇ ਸਦਾ ਹੀ ਹੱਥ ਰਹਿੰਦਾ ਵਾ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਵੀ ਕਰ ਰਹੇ ਨੇ ਤੇ ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰੀ ਦੀ ਆ ਤੇ ਜਾਣੀ ਹਾਜ਼ਰ ਹੁੰਦੇ ਨੇ। ਅਸੀਂ ਇਹਨਾਂ ਦੇ ਸਦਾ ਹੀ ਹਾਜ਼ਰ ਹੁੰਦੇ ਆ। ਜਦੋਂ ਇਹ ਆਵਾਜ਼ ਮਾਰਦੇ ਆ ਅਸੀਂ ਇੱਕ ਨਹੀਂ ਬਹੁਤ ਗਿਣਤੀ ਦੇ ਵਿੱਚ ਇਹਨਾਂ ਨਾਲ ਜੁੜਦੇ ਆ। ਸੋ ਕਵਿਤਾ ਬਾਰੇ ਜੇ ਮੈਂ ਗੱਲ ਕਰਾਂ, ਕਵਿਤਾ ਜੇ ਅੱਜ ਕੋਈ ਕਵੇ ਲੈ ਵੀ ਕਵਿਤਾ ਲਿਖ, ਕੋਈ ਨਹੀਂ ਲਿਖ ਸਕਦਾ। ਵੱਡੇ ਵੱਡੇ ਲਿਖਾਰੀਆਂ ਨੂੰ ਕਹਿ ਦੋ ਵੀ ਹੁਣ ਇੱਥੇ ਬੈਠਾ, ਹੁਣ ਤੂੰ ਕਵਿਤਾ ਲਿਖ, ਨਹੀਂ ਲਿਖ ਹੁੰਦੀ। ਮੇਰਾ ਇਸ ਬਾਰੇ ਵਿਚਾਰ ਇਹ ਹੈਗਾ ਵੀ ਨਸ਼ਾ ਦੌਲਤ ਦਾ ਜੋ ਵੱਖਰਾ ਹੀ ਜਾਮ ਹੁੰਦਾ ਹੈ। ਨਸ਼ਾ ਦੌਲਤ ਦਾ, ਨਸ਼ਾ ਸ਼ੋਹਰਤਾਂ ਦਾ, ਨਸ਼ਾ ਨਜ਼ਮ ਦਾ ਜੋ ਵੱਖਰਾ ਹੀ ਜਾਮ ਹੁੰਦਾ ਹੈ। ਨਸ਼ਾ ਦੌਲਤ ਦਾ, ਨਸ਼ਾ ਸ਼ੋਹਰਤਾਂ ਦਾ, ਨਸ਼ਾ ਨਜ਼ਮ ਦਾ ਜੋ ਵੱਖਰਾ ਹੀ ਜਾਮ ਹੁੰਦਾ। ਕਵਿਤਾ ਲਿਖ ਨਾ ਸਕੇ ਕੋਈ ਜ਼ੋਰ ਲਾ ਕੇ, ਕਵਿਤਾ ਉਤਰੇ ਜਦੋਂ ਇਲਹਾਮ ਹੁੰਦਾ ਹੈ। ਕਵਿਤਾ ਉਤਰੇ ਜਦੋਂ ਇਲਹਾਮ ਹੁੰਦਾ ਹੈ। ਅਹਿਸਾਸ ਵਿਲਕਦਾ ਤਾਂ ਉੱਠੇ ਤਰੰਗ ਕੋਈ, ਅਹਿਸਾਸ ਵਿਲਕਦਾ ਤਾਂ ਉੱਠੇ ਤਰੰਗ ਕੋਈ, ਕਾਗਜ਼ ਕੋਰੇ ਦੀ ਮਿੱਤਰੋ ਹੈ ਕੁੱਤੇ, ਉਕਰੀ ਕਵਿਤਾ ਨੂੰ ਫੇਰ ਸਲਾਮ ਹੁੰਦਾ ਹੈ, ਉਕਰੀ ਕਵਿਤਾ ਨੂੰ ਫੇਰ ਸਲਾਮ ਹੁੰਦਾ ਹੈ। ਜਿਸ ਤਰ੍ਹਾਂ ਮੈਂ ਕਿਹਾ ਇਹ ਕਵਿਤਾ ਲਿਖਣ ਬਾਰੇ ਸੀ। ਮੈਂ ਆਪਦੀ ਧਰਤੀ ਨਾਲ, ਆਪਦੇ ਖੇਤਾਂ ਨਾਲ, ਆਪਦੇ ਪਿੰਡ ਨਾਲ, ਆਪਦੇ ਖੂਹਾਂ ਨਾਲ, ਆਪਦੇ ਬਲਦਾਂ ਨਾਲ, ਮੈਂ ਹਾੜੀ ਵੜਦਾ ਆਇਆ, ਖੇਤੀ ਕਰਦਾ ਆਇਆ, ਵੱਟਾਂ ਤੋਂ ਘਾਹ ਖੋਦਦਾ ਆਇਆ। ਮੈਂ ਆਪਦੀ ਮਿੱਟੀ ਨਾਲ ਉਹ ਜੁੜਿਆ ਹੈ। ਉਸੇ ਤਰ੍ਹਾਂ ਦੀ ਇੱਕ ਮੈਂ ਕਾਫੀ ਦੇਰ ਪਹਿਲਾਂ ਆਪਦੇ ਬਾਪੂ ਨੂੰ ਇੱਕ ਸਮਰਪਿਤ ਕਵਿਤਾ ਲਿਖੀ ਸੀ, ਉਹ ਜੋ ਮੇਰੀ ਜ਼ਿੰਦਗੀ ਨੂੰ ਨਾਲ ਸੰਪਰਕ ਰੱਖਦੀ ਆ। ਮੈਂ ਆਪਦੇ ਸਵਰਗਵਾਸੀ ਬਾਪੂ ਨੂੰ ਫਾਦਰ ਡੇ ਦੇ ਉੱਤੇ ਉਹ ਸਮਰਪਿਤ ਕੀਤੀ ਸੀ। ਜਦੋਂ ਰਿਟਾਇਰ ਹੋ ਗਿਆ ਸਮਝ ਲਓ 5ਵਾਂ ਟਾਇਰ ਹੋ ਗਿਆ। ਬੰਦਾ ਜਦੋਂ ਰਿਟਾਇਰ ਹੋ ਗਿਆ ਸਮਝ ਲਓ 5ਵਾਂ ਟਾਇਰ ਹੋ ਗਿਆ। ਕੰਮ ਜਿਹਦੇ ਬਿਨ ਰੁਕ ਜਾਂਦੇ ਸੀ ਅੱਜ ਉਹ ਫੋਕਾ ਫੈਰ ਹੋ ਗਿਆ।
ਨਾ ਕੋਈ ਚੁਸਤੀ ਨਾ ਕੋਈ ਫੁਰਤੀ, ਆਲਸ ਦੀ ਜੋ ਮਿਲ ਗਈ ਗੁੜਤੀ, ਆਪਣੇ ਹੀ ਖਿਆਲਾਂ ਵਿੱਚ ਡੁੱਬੀ, ਸੋਚਾਂ ਦੀ ਉਹ ਲਹਿਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ। ਨਹਾਉਣ ਧੋਣ ਦਾ ਟਾਈਮ ਨਾ ਕੋਈ, ਫਿਰ ਕਹਿੰਦਾ ਕਿਹੜਾ ਕਿਤੇ ਜਾਣਾ ਜਦੋਂ ਜੀ ਕੀਤਾ ਨਾ ਲਾਂਗੇ। ਨਹਾਉਣ ਧੋਣ ਦਾ ਟਾਈਮ ਨਾ ਕੋਈ, ਕੰਮ ਤੇ ਜਾਣ ਦਾ ਵਹਿਮ ਨਾ ਕੋਈ, ਸੁਸਤੀ ਆਲਸ ਦੇ ਭੰਨੇ ਨੂੰ ਪਤਾ ਨਹੀਂ ਕਦੋਂ ਦੁਪਹਿਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ, ਸਮਝ ਲਓ ਪੰਜਵਾਂ ਟਾਇਰ ਹੋ ਗਿਆ। ਘਰ ਵਾਲੇ ਵੀ ਫਾਹੇ ਟੰਗੇ, ਘਰ ਵਾਲੇ ਵੀ ਫਾਹੇ ਟੰਗੇ, ਬਿੰਦੇ ਝੱਟੇ ਚਾਹ ਪਿਆ ਮੰਗੇ, ਘਰ ਵਾਲੇ ਵੀ ਫਾਹੇ ਟੰਗੇ, ਬਿੰਦੇ ਝੱਟੇ ਚਾਹ ਪਿਆ ਮੰਗੇ, ਖਾਣ ਪੀਣ ਦਾ ਸਮਾਂ ਨਾ ਕੋਈ, ਆਪੇ ਤੋਂ ਵੀ ਗੈਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ। ਸੈਰ ਨੂੰ ਨਿਕਲੇ ਦਿਨ ਜਦ ਢਲਿਆ, ਸੈਰ ਨੂੰ ਨਿਕਲੇ ਦਿਨ ਜਦ ਢਲਿਆ, ਗੋਡੇ ਪੁੱਛਦੇ ਕਿੱਥੇ ਚੱਲਿਆ, ਸੈਰ ਨੂੰ ਨਿਕਲੇ ਦਿਨ ਜਦ ਢਲਿਆ, ਗੋਡੇ ਪੁੱਛਦੇ ਕਿੱਥੇ ਚੱਲਿਆ, ਘਰ ਬੈਠੇ ਨੂੰ ਟੇਕ ਨਾ ਆਵੇ, ਹੱਡਾਂ ਦੇ ਨਾਲ ਵੈਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ, ਸਮਝ ਲਓ ਪੰਜਵਾਂ ਟਾਇਰ ਹੋ ਗਿਆ। ਤਾਸ਼ ਲਈਓ ਆੜੀ ਲੱਭੇ, ਤਾਸ਼ ਲਈਓ ਆੜੀ ਲੱਭੇ, ਬਿਨਾ ਹਾਣੀਓ ਸੀਪ ਨਾ ਲੱਗੇ, ਲੋਕੀ ਕੰਮਾਂ ਦੇ ਵਿੱਚ ਰੁੱਝੇ, ਉਹ ਵਿਹਲੜ ਚਿੱਤੋਂ ਬਹਿਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ। ਵਿਹਲੇ ਨੂੰ ਨਾ ਘਰ ਦੇ ਜਰਦੇ, ਜਦੋਂ ਬੰਦਾ ਵਿਹਲਾ ਘਰੇ ਬੈਠਾ ਫਿਰ ਘਰ ਦੇ ਵੀ ਕੋੜ-ਕੋੜ ਕਰਨ ਲੱਗ ਜਾਂਦੇ ਸੀ। ਵਿਹਲੇ ਨੂੰ ਨਾ ਘਰ ਦੇ ਜਰਦੇ, ਕਹਿੰਦੇ ਸਬਜ਼ੀ ਕੱਟ ਕੇ ਚੁੱਲ੍ਹੇ ਧਰਦੇ, ਵਿਹਲੇ ਨੂੰ ਨਾ ਘਰ ਦੇ ਜਰਦੇ, ਕਹਿੰਦੇ ਸਬਜ਼ੀ ਕੱਟ ਕੇ ਚੁੱਲ੍ਹੇ ਧਰਦੇ, ਕੜਛੀ ਮਾਰਨ ਦਾ ਚੇਤਾ ਭੁੱਲ ਗਿਆ, ਮਸਾਲਾ ਸੜ ਕੇ ਜ਼ਹਿਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ, ਸਮਝ ਲਓ ਪੰਜਵਾਂ ਟਾਇਰ ਹੋ ਗਿਆ। ਸੰਗੇ ਦੀ ਤਾਂ ਗੱਲ ਹੀ ਹੋਰ ਹੈ, ਸੰਗੇ ਦੀ ਤਾਂ ਗੱਲ ਹੀ ਹੋਰ ਹੈ, ਪੁੱਠਾ ਜਿਹਾ ਕੰਮ ਲਿਆ ਉਸ ਤੋਰ ਹੈ, ਲਕਾ ਤੁਕਾ ਕੁਝ ਲਿਖਣ ਲੱਗ ਪਿਆ, ਲੋਕੀ ਸਮਝਣ ਸ਼ਾਇਰ ਹੋ ਗਿਆ, ਬੰਦਾ ਜਦੋਂ ਰਿਟਾਇਰ ਹੋ ਗਿਆ, ਸਮਝ ਲਓ ਪੰਜਵਾਂ ਟਾਇਰ ਹੋ ਗਿਆ। ਇੰਡੋ USA ਹੈਰੀਟੇਜ ਫ੍ਰਿਜਨੋ ਵੱਲੋਂ ਅੱਜ ਰਣਜੀਤ ਗਿੱਲ ਦੀ ਕਵਿਤਾ ਦੀ ਕਿਤਾਬ ਉਡਾਰੀਆਂ ਅਤੇ ਇਸੇ ਤਰੀਕੇ ਦੇ ਨਾਲ ਸਾਧੂ ਸਿੰਘ ਸੰਘਾ ਦਾ ਨਾਵਲ ਤਿੜਕਦੀ ਹਵੇਲੀ ਫ੍ਰਿਜਨੋ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਇਸ ਲੋਕ ਅਰਪਣ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀ